मैं कॉलेज ਵਿੱਚ ਪੜ੍ਹਦੀ ਸੀ ਜਦੋਂ ਘਰਦਿਆਂ ਨੇ ਮੇਰੇ ਲਈ ਮੁੰਡਾ ਵੇਖਣਾ ਸ਼ੁਰੂ ਕਰ ਦਿੱਤਾ। ਮੈਂ ਘਰਦਿਆਂ ਨੂੰ ਬੜਾ ਸਮਝਾਇਆ ਸੀ ਕਿ ਮੈਂ ਕਾਲਜ ਤੋਂ ਬਾਅਦ ਕੋਈ ਜੌਬ ਕਰਨਾ ਚਾਹੁੰਦੀ ਹਾਂ, ਪਰ ਘਰਦਿਆਂ ਨੇ ਮੇਰਾ ਜਲਦੀ ਵਿਆਹ ਕਰ ਦਿੱਤਾ ਕਿਉਂਕਿ ਮੇਰੇ ਡੈਡੀ ਦੀ ਡੈਥ ਹੋਈ ਸੀ ਤੇ ਘਰ 'ਚ ਮੇਰੀ ਮੰਮੀ ਤੇ ਮੇਰਾ ਭਰਾ ਸੀ। ਮੰਮੀ ਤੇ ਮੇਰਾ ਭਰਾ ਚਾਹੁੰਦੇ ਸੀ ਕਿ ਮੈਂ ਆਪਣੀ ਜੌਬ ਵਿਆਹ ਤੋਂ ਬਾਅਦ ਕਰਾਂ ਕਿਉਂਕਿ ਮੰਮੀ ਵੀ ਬਿਮਾਰ ਰਹਿੰਦੇ ਸੀ। ਇਸ ਕਰਕੇ ਮਜਬੂਰੀ ਕਰਕੇ ਮੰਮੀ ਨੂੰ ਮੇਰਾ ਵਿਆਹ ਕਰਨਾ ਪਿਆ। ਜਿਸ ਘਰ ਵਿੱਚ ਮੇਰਾ ਰਿਸ਼ਤਾ ਤੈਅ ਹੋਇਆ ਉਸ ਘਰ ਦੇ ਲੋਕ ਥੋੜ੍ਹੇ ਅੜਬ ਸੁਭਾਅ ਦੇ ਸੀ, ਖਾਸ ਕਰਕੇ ਮੇਰੀ ਸੱਸ ਥੋੜ੍ਹੀ ਅੜਬ ਸੀ। ਮੇਰਾ ਘਰ ਵਾਲਾ ਆਪਣੀ ਮਾਂ ਤੋਂ ਬੜਾ ਡਰਦਾ ਸੀ। ਮੇਰੇ ਘਰ ਵਾਲੇ ਦਾ ਨਾਮ ਸਤੀਸ਼ ਆ ਤੇ ਮੇਰਾ ਨਾਮ ਸੰਜਨਾ ਆ। ਮੈਂ ਆਪਣੇ ਘਰ ਵਾਲੇ ਨੂੰ ਕਈ ਵਾਰ ਕਹਿ ਦਿੰਦੀ ਸੀ ਕਿ ਮੰਮੀ ਮੈਨੂੰ ਹਰ ਗੱਲ ਵਿੱਚ ਰੋਕਾ ਟੋਕੀ ਕਰਦੇ ਰਹਿੰਦੇ ਨੇ, ਪਰ ਉਹ ਕਹਿ ਦਿੰਦਾ ਸੀ ਕਿ ਉਹ ਵੱਡੇ ਨੇ, ਉਹ ਕੁਝ ਵੀ ਕਹਿ ਸਕਦੇ ਨੇ। ਮੈਂ ਵੀ ਆਪਣੇ ਪਿੱਛੇ ਪੇਕੇ ਪਰਿਵਾਰ ਵਿੱਚ ਬਹੁਤ ਕੁਝ ਵੇਖਿਆ ਸੀ। ਉੱਥੇ ਮੈਂ ਬੜੀ ਗਰੀਬੀ ਦੇਖੀ ਸੀ, ਇਸ ਕਰਕੇ ਇੱਥੇ ਮੈਂ ਕਿਸੇ ਨੂੰ ਕੁਝ ਨਹੀਂ ਬੋਲਦੀ ਸੀ ਕਿਉਂਕਿ ਮੈਨੂੰ ਇਹ ਸੀ ਕਿ ਜੇ ਮੈਂ ਇੱਥੇ ਕੁਝ ਬੋਲ ਪਈ ਤਾਂ ਲੜਾਈ ਜ਼ਿਆਦਾ ਵੱਧ ਜਾਣੀ ਆ ਤੇ ਇਹਨਾਂ ਨੇ ਮੈਨੂੰ ਪੇਕੇ ਭੇਜ ਦੇਣਾ। ਪਰ ਮੇਰੇ ਘਰਦਿਆਂ ਨੇ ਤਾਂ ਮੈਨੂੰ ਪਹਿਲਾਂ ਹੀ ਮਸਾਂ ਵਿਆਹਿਆ ਸੀ। ਮੈਂ ਆਪਣੇ ਘਰ ਵਾਲੇ ਨਾਲ ਕਈ ਵਾਰ ਗੱਲ ਕੀਤੀ ਕਿ ਮੈਂ ਸਕੂਲ ਵਿੱਚ ਪੜ੍ਹਾਉਣ ਲੱਗ ਜਾਂਦੀ ਹਾਂ ਤਾਂ ਉਹ ਮੈਨੂੰ ਹਰ ਵਾਰ ਕਹਿ ਦਿੰਦਾ ਸੀ ਕਿ ਇਸ ਬਾਰੇ ਮੰਮੀ ਨਾਲ ਗੱਲ ਕਰ ਲਾ, ਕਿਉਂਕਿ ਸਾਡੇ ਘਰ ਵਿੱਚ ਤਾਂ ਮੇਰੀ ਸੱਸ ਦੀ ਹੀ ਚੱਲਦੀ ਸੀ। ਜਦੋਂ ਮੈਂ ਇਸ ਬਾਰੇ ਆਪਣੀ ਸੱਸ ਨਾਲ ਗੱਲ ਕੀਤੀ ਤਾਂ ਮੇਰੀ ਸੱਸ ਮੈਨੂੰ ਕਹਿਣ ਲੱਗੀ ਕਿ ਘਰ ਦਾ ਕੰਮ ਕੌਣ ਕਰਿਆ ਕਰੂਗਾ। ਮੈਂ ਆਪਣੀ ਸੱਸ ਨੂੰ ਕਿਹਾ ਕਿ ਮੈਂ ਘਰ ਦਾ ਸਾਰਾ ਕੰਮ ਕਰਕੇ ਜਾਇਆ ਕਰੂੰਗੀ ਤੇ ਆ ਕੇ ਵੀ ਤੁਹਾਡੇ ਨਾਲ ਸਾਰਾ ਕੰਮ ਕਰਵਾਇਆ ਕਰੂੰਗੀ। ਤਾਂ ਮੇਰੀ ਸੱਸ ਨੇ ਮੇਰੇ ਮੂੰਹ ਤੇ ਸਾਫ਼-ਸਾਫ਼ ਹੀ ਕਹਿ ਦਿੱਤਾ ਕਿ ਜੋ ਵੀ ਤਨਖਾਹ ਹੋਇਆ ਕਰੂਗੀ ਉਹ ਮੈਂ ਹੀ ਫੜਿਆ ਕਰੂੰਗੀ ਕਿਉਂਕਿ ਘਰ ਦਾ ਖਰਚਾ ਮੈਂ ਚਲਾਉਣੀ ਆ, ਪੈਸੇ ਤੈਨੂੰ ਘਰ ਹੀ ਫੜਾਉਣੇ ਪਿਆ ਕਰਨਗੇ। ਤਾਂ ਮੈਂ ਕਿਹਾ ਠੀਕ ਆ, ਕੋਈ ਗੱਲ ਨਹੀਂ। ਮੈਂ ਤਾਂ ਆਪਣਾ ਘਰ ਸਮਝਦੀ ਸੀ, ਮੈਂ ਤਾਂ ਸੋਚਦੀ ਸੀ ਕਿ ਚੱਲ ਸਾਡੇ ਘਰ ਦਾ ਖਰਚਾ ਵਧੀਆ ਚੱਲੀ ਜਾਊਗਾ। ਹੁਣ ਮੈਂ ਕਿਸੇ ਨੇੜਲੇ ਪਿੰਡ ਵਿੱਚ ਸਕੂਲ 'ਚ ਪੜ੍ਹਾਉਣ ਲੱਗ ਗਈ ਸੀ। ਮੇਰੀ ਸੱਸ ਤਾਂ ਸਾਰਾ ਕੰਮ ਮੇਰੇ ਗਲ ਹੀ ਪਾ ਦਿੰਦੀ ਸੀ। ਜਦੋਂ ਮੈਂ ਸਕੂਲ ਤੋਂ ਪੜ੍ਹਾ ਕੇ ਘਰ ਆਉਂਦੀ ਤਾਂ ਮੈਂ ਵੇਖਦੀ ਕਿ ਸਾਰਾ ਘਰ ਦਾ ਕੰਮ ਉੱਦਾਂ ਹੀ ਪਿਆ ਹੁੰਦਾ ਸੀ। ਬਸ ਉਹ ਰੋਟੀ ਖਾ ਕੇ ਸਾਰੇ ਭਾਂਡੇ ਉੱਦਾਂ ਹੀ ਰੱਖ ਦਿੰਦੀ ਸੀ। ਮੈਂ ਤਾਂ ਇਹ ਕਿਹਾ ਸੀ ਕਿ ਆ ਕੇ ਚੱਲ ਮੈਂ ਕੰਮ ਕਰਵਾ ਦਿਆ ਕਰੂੰਗੀ, ਪਰ ਉਹਨੂੰ ਇਹ ਤਾਂ ਨਹੀਂ ਕਿਹਾ ਸੀ ਕਿ ਸਾਰਾ ਕੰਮ ਮੇਰੇ ਪਿੱਛੋਂ ਵੀ ਛੱਡ ਦਿਆ ਕਰੇ। ਚੰਗੀ ਭਲੀ ਤੁਰੀ ਫਿਰਦੀ ਸੀ, ਉਹਦੀ ਚੰਗੀ ਭਲੀ ਸਿਹਤ ਸੀ, ਬਸ ਉਹ ਜਾਣ ਬੁੱਝ ਕੇ ਸਾਰਾ ਕੰਮ ਛੱਡ ਦਿੰਦੀ ਸੀ। ਇੱਕ ਦਿਨ ਮੈਂ ਕਿਹਾ ਕਿ ਮੰਮੀ ਜੀ ਤੁਸੀਂ ਭਾਂਡੇ ਸਾਫ਼ ਕਰ ਦਿਆ ਕਰੋ, ਭਾਂਡੇ ਸੁੱਕ ਜਾਂਦੇ ਨੇ ਫਿਰ ਚੰਗੀ ਤਰ੍ਹਾਂ ਸਾਫ਼ ਨਹੀਂ ਹੁੰਦੇ। ਤਾਂ ਮੇਰੀ ਸੱਸ ਮੈਨੂੰ ਕਹਿਣ ਲੱਗੀ, ਆਹੋ ਮੈਂ ਤੁਹਾਡੇ ਭਾਂਡੇ ਮਾਂਜਣ ਤੇ ਰੱਖੀ ਆ, ਆਪ ਤੂੰ ਮੇਮ ਬਣ ਕੇ ਚਲੀ ਜਾਨੀ ਆ, ਇੱਕ ਮੋਢੇ 'ਚ ਪਰਸ ਪਾ ਲੈਨੀ ਆ। ਮੇਰਾ ਵੀ ਦਿਲ ਕਰਦਾ ਕਿ ਮੈਂ ਵੀ ਸੱਜ ਧੱਜ ਕੇ ਰਹਾਂ, ਤੂੰ ਤਾਂ ਸੱਜ ਕੇ ਚਲੀ ਜਾਨੀ ਆ, ਮੈਂ ਤੁਹਾਡੇ ਭਾਂਡੇ ਮਾਂਜਣ ਨੂੰ ਨਹੀਂ ਰੱਖੀ। ਮੈਂ ਆਪਣੇ ਮਨ ਵਿੱਚ ਸੋਚ ਰਹੀ ਸੀ ਕਿ ਮੈਂ ਤਾਂ ਆਪਣਾ ਘਰ ਦਾ ਖਰਚਾ ਚਲਾਉਣ ਲਈ ਜਾਂਦੀ ਆ ਕਿ ਚੱਲ ਸਾਡਾ ਹੀ ਕੁਝ ਬਣੂ, ਪਰ ਉਹ ਮੇਰੇ ਨਾਲ ਕਿੰਨੀ ਜਿੱਦ ਕਰਦੀ ਆ। ਹੁਣ ਮੈਂ ਅੱਗੇ ਨਾਲੋਂ ਵੀ ਜਲਦੀ ਉੱਠ ਜਾਂਦੀ ਸੀ ਤੇ ਮੈਂ ਸਵੇਰੇ ਉੱਠ ਕੇ ਘਰ ਦਾ ਸਾਰਾ ਕੰਮ ਕਰ ਲੈਂਦੀ ਸੀ, ਪਰ ਮੇਰੇ ਪਿੱਛੋਂ ਜੋ ਕੰਮ ਰਹਿ ਜਾਂਦਾ ਸੀ ਉਹ ਮੇਰੀ ਸੱਸ ਉੱਥੇ ਹੀ ਛੱਡ ਦਿੰਦੀ ਸੀ। ਹੁਣ ਮੈਂ ਵੀ ਸਹੁੰ ਖਾ ਲਈ ਸੀ ਕਿ ਹੁਣ ਮੈਂ ਕੰਮ ਤਾਂ ਸਾਰਾ ਕਰ ਲਿਆ ਕਰੂੰਗੀ ਪਰ ਉਹਨੂੰ ਆਪਣੀ ਤਨਖਾਹ ਨਹੀਂ ਫੜਾਊਂਗੀ। ਮੈਂ ਤਾਂ ਦੋਨੇ ਪਾਸੇ ਮਰਦੀ ਆ ਪਰ ਉਹ ਇੱਕ ਪਾਸੇ ਵੀ ਕੰਮ ਨਹੀਂ ਕਰਦੀ। ਜਦੋਂ ਮੇਰੀ ਤਨਖਾਹ ਆਈ ਤਾਂ ਮੈਂ ਆਪਣੀ ਸੱਸ ਕੋਲ ਕੋਈ ਗੱਲ ਨਾ ਕੀਤੀ ਤਾਂ ਉਹ ਥੋੜ੍ਹੇ ਦਿਨਾਂ ਬਾਅਦ ਮੈਨੂੰ ਪੁੱਛਣ ਲੱਗੀ ਕਿ ਹੁਣ ਤੈਨੂੰ ਮਹੀਨਾ ਹੋ ਗਿਆ ਲੱਗੀ ਨੂੰ, ਤੈਨੂੰ ਤਨਖਾਹ ਨਹੀਂ ਮਿਲੀ। ਤਾਂ ਮੈਂ ਆਪਣੀ ਸੱਸ ਨੂੰ ਸਾਫ਼-ਸਾਫ਼ ਕਹਿ ਦਿੱਤਾ ਕਿ ਤਨਖਾਹ ਤਾਂ ਮਿਲ ਗਈ ਸੀ। ਤਾਂ ਮੇਰੀ ਸੱਸ ਕਹਿਣ ਲੱਗੀ ਕਿ ਘਰ ਦਾ ਖਰਚਾ ਮੈਂ ਚਲਾਉਣੀ ਆ ਤਾਂ ਫਿਰ ਤੂੰ ਤਨਖਾਹ ਮੈਨੂੰ ਕਿਉਂ ਨਹੀਂ ਫੜਾਈ? ਇਹ ਤਾਂ ਨਾਲੇ ਪਹਿਲਾਂ ਗੱਲ ਹੋਈ ਸੀ ਕਿ ਤਨਖਾਹ ਤੈਨੂੰ ਘਰ ਵਿੱਚ ਫੜਾਉਣੀ ਪਿਆ ਕਰਨੀ ਆ। ਤਾਂ ਮੈਂ ਆਪਣੀ ਸੱਸ ਨੂੰ ਕਿਹਾ, ਮੰਮੀ ਜੀ ਮੈਂ ਘਰ ਦਾ ਸਾਰਾ ਕੰਮ ਵੀ ਕਰਕੇ ਜਾਂਦੀ ਆ ਤੇ ਤੁਸੀਂ ਮੈਨੂੰ ਕਿਰਾਇਆ ਵੀ ਨਹੀਂ ਦਿੰਦੇ ਕਿਉਂਕਿ ਮੈਂ ਪ੍ਰਾਈਵੇਟ ਬੱਸ ਤੇ ਸਕੂਲ ਜਾਂਦੀ ਆ ਤੇ ਨਾ ਹੀ ਕੋਈ ਵਾਧੂ ਪੈਸਾ ਦਿੰਦੇ ਹੋ, ਤਾਂ ਫਿਰ ਮੈਨੂੰ ਕੀ ਫਾਇਦਾ? ਇਸ ਕਰਕੇ ਮੈਂ ਆਪਣੇ ਪੈਸੇ ਆਪ ਰੱਖੂੰਗੀ ਤੇ ਮੈਂ ਆਪਣਾ ਖਰਚਾ ਕਰ ਲਿਆ ਕਰੂੰਗੀ। ਇਸੇ ਗੱਲ ਪਿੱਛੇ ਮੇਰੀ ਸੱਸ ਨੇ ਬੜਾ ਕਲੇਸ਼ ਕੀਤਾ ਤਾਂ ਮੇਰੇ ਘਰ ਵਾਲੇ ਨੇ ਮੈਨੂੰ ਉਸੇ ਗੱਲ ਪਿੱਛੇ ਬੜਾ ਕੁੱਟਿਆ ਕਿਉਂਕਿ ਸਾਡੇ ਵਿੱਚ ਬੜੀ ਵੱਡੀ ਬਹਿਸ ਹੋ ਗਈ ਸੀ। ਨਾਲੇ ਮੇਰੇ ਘਰ ਵਾਲੇ ਨੇ ਮੈਨੂੰ ਕੁੱਟਿਆ, ਨਾਲੇ ਮੇਰੇ ਕੋਲੋਂ ਸਾਰੇ ਪੈਸੇ ਫੜ ਕੇ ਮੇਰੀ ਸੱਸ ਨੂੰ ਫੜਾ ਦਿੱਤੇ। ਮੇਰੀ ਸੱਸ ਬੜੀ ਖਰਾਬ ਸੀ, ਉਹ ਤਾਂ ਇਸੇ ਗੱਲ ਵਿੱਚ ਖੁਸ਼ ਰਹਿੰਦੀ ਸੀ ਕਿ ਕਦੋਂ ਅਸੀਂ ਦੋਵੇਂ ਜਾਣੇ ਲੜੀਏ। ਜਦੋਂ ਵੀ ਮੈਂ ਤੇ ਮੇਰਾ ਘਰ ਵਾਲਾ ਥੋੜ੍ਹੀ ਬਹਿਸ ਕਰਦੇ ਸੀ ਤਾਂ ਉਹ ਬੜੀ ਖੁਸ਼ ਹੁੰਦੀ ਸੀ ਤੇ ਮੇਰਾ ਘਰ ਵਾਲਾ ਵੀ ਆਪਣੀ ਮਾਂ ਦੇ ਪੱਲੇ ਨਾਲ ਇੰਨਾ ਬੰਨਿਆ ਹੋਇਆ ਸੀ ਕਿ ਸਾਰਾ ਦਿਨ ਉਹਦੇ ਕੋਲੋਂ ਡਰਦਾ ਰਹਿੰਦਾ ਸੀ। ਇਸੇ ਗੱਲ ਵਿੱਚ ਵੀ ਉਹਨੂੰ ਮੁੜ ਕੇ ਜਵਾਬ ਨਹੀਂ ਦਿੰਦਾ ਸੀ। ਮੈਂ ਇਸ ਗੱਲ ਤੋਂ ਬੜੀ ਪਰੇਸ਼ਾਨ ਸੀ। ਮੈਂ ਕਈ ਵਾਰ ਆਪਣੇ ਘਰ ਵਾਲੇ ਨੂੰ ਸਮਝਾਇਆ ਕਿ ਕਿਸੇ ਗੱਲ ਵਿੱਚ ਤਾਂ ਤੁਸੀਂ ਆਪਣੀ ਮਾਂ ਨੂੰ ਥੋੜ੍ਹਾ ਬਹੁਤ ਸਮਝਾਇਆ ਕਰੋ, ਪਰ ਉਹ ਸਾਫ਼-ਸਾਫ਼ ਕਹਿ ਦਿੰਦਾ ਸੀ ਕਿ ਮੈਂ ਆਪਣੀ ਮਾਂ ਨੂੰ ਕੁਝ ਨਹੀਂ ਕਹਿਣਾ, ਮੈਂ ਸਿਰਫ ਤੈਨੂੰ ਹੀ ਸਮਝਾਉਣਾ, ਤੂੰ ਹੀ ਆਪਣਾ ਸੰਭਲ ਕੇ ਚੱਲਿਆ ਕਰ। ਹੁਣ ਮੇਰੀ ਸੱਸ ਮੈਨੂੰ ਬੱਚੇ ਪਿੱਛੇ ਬੜਾ ਪਰੇਸ਼ਾਨ ਕਰਦੀ ਸੀ ਕਿ ਜਲਦੀ ਬੱਚਾ ਹੋਵੇ, ਪਰ ਮੈਂ ਅਜੇ ਬੱਚਾ ਨਹੀਂ ਲੈਣਾ ਚਾਹੁੰਦੀ ਸੀ ਕਿਉਂਕਿ ਮੈਂ ਪ੍ਰਾਈਵੇਟ ਪੜ੍ਹ ਵੀ ਰਹੀ ਸੀ ਤੇ ਨਾਲ-ਨਾਲ ਪੇਪਰ ਵੀ ਦੇ ਰਹੀ ਸੀ।
ਮੈਂ ਚਾਹੁੰਦੀ ਸੀ ਕਿ ਹੌਲੀ-ਹੌਲੀ ਮੈਂ ਸਾਰੀ ਪੜ੍ਹਾਈ ਪੂਰੀ ਕਰਕੇ ਪ੍ਰਾਈਵੇਟ ਤੋਂ ਸਰਕਾਰੀ ਟੀਚਰ ਲੱਗ ਜਾਵਾਂ। ਇਸ ਕਰਕੇ ਮੈਂ ਬੜੀ ਮਿਹਨਤ ਕਰਦੀ ਸੀ। ਨਾਲ-ਨਾਲ ਮੇਰਾ ਪੜ੍ਹਾਉਣ ਵਾਲਾ ਐਕਸਪੀਰੀਅੰਸ ਵੀ ਬਣ ਰਿਹਾ ਸੀ। ਮੈਂ ਆਪਣੇ ਘਰ ਵਾਲੇ ਨਾਲ ਵਿਆਹ ਤੋਂ ਬਾਅਦ ਕਿਤੇ ਵੀ ਨਹੀਂ ਗਈ ਸੀ। ਮੈਨੂੰ ਸਕੂਲ ਤੋਂ ਛੁੱਟੀ ਸੀ, ਪਤਾ ਲੱਗਿਆ ਕਿ ਕੱਲ੍ਹ ਦੁਸਹਿਰਾ ਆ। ਮੈਂ ਸਤੀਸ਼ ਨੂੰ ਕਿਹਾ ਕਿ ਆਪਾਂ ਦੁਸਹਿਰਾ ਵੇਖਣ ਚੱਲਦੇ ਹਾਂ, ਤਾਂ ਉਹ ਮੈਨੂੰ ਕਹਿਣ ਲੱਗਾ ਕਿ ਮੰਮੀ ਕੋਲੋਂ ਪੁੱਛਣਾ ਪੈਣਾ। ਮੈਨੂੰ ਬੜਾ ਗੁੱਸਾ ਆਉਂਦਾ ਸੀ, ਹਰ ਗੱਲ ਵਿੱਚ ਉਹ ਆਪਣੀ ਮਾਂ ਨੂੰ ਅੱਗੇ ਲੈ ਆਉਂਦਾ ਸੀ। ਮੈਂ ਕਿਹਾ ਜਦੋਂ ਦਾ ਆਪਣਾ ਵਿਆਹ ਹੋਇਆ ਆਪਾਂ ਕਦੇ ਕਿਤੇ ਨਹੀਂ ਗਏ। ਤਾਂ ਸਤੀਸ਼ ਕਹਿਣ ਲੱਗਾ ਕਿ ਇੱਕ ਵਾਰ ਮੰਮੀ ਕੋਲੋਂ ਪੁੱਛ ਲਾ। ਜਦੋਂ ਮੈਂ ਆਪਣੀ ਸੱਸ ਕੋਲੋਂ ਪੁੱਛਿਆ ਤਾਂ ਉਹਨੇ ਸਾਫ਼-ਸਾਫ਼ ਮਨਾ ਕਰ ਦਿੱਤਾ ਤੇ ਮੈਨੂੰ ਕਹਿਣ ਲੱਗੀ ਉੱਥੇ ਤਾਂ ਰਾਤ ਨੂੰ ਸ਼ਰਾਬ ਪੀ ਕੇ ਬੰਦੇ ਫਿਰਦੇ ਹੁੰਦੇ ਆ, ਐਵੇਂ ਕੀ ਫਾਇਦਾ, ਬੁੜੀਆਂ ਦਾ ਉੱਥੇ ਕੀ ਕੰਮ ਆ। ਇੱਦਾਂ ਕਹਿ ਕੇ ਉਹਨੇ ਮੈਨੂੰ ਚੁੱਪ ਕਰਾ ਦਿੱਤਾ ਤੇ ਮੇਰਾ ਮੂਡ ਬੜਾ ਖਰਾਬ ਹੋਇਆ ਤੇ ਮੈਂ ਅੰਦਰ ਜਾ ਕੇ ਪੈ ਗਈ। ਮੈਂ ਵੀ ਸੋਚ ਲਿਆ ਸੀ ਕਿ ਮੈਂ ਅੱਜ ਰੋਟੀ ਪਾਣੀ ਕੁਝ ਨਹੀਂ ਬਣਾਉਣਾ, ਆਪੇ ਬਣਾਊਗੀ, ਕਿਉਂਕਿ ਮੈਨੂੰ ਉਹਦੇ ਤੇ ਬੜਾ ਗੁੱਸਾ ਆਇਆ ਸੀ, ਕਿਉਂਕਿ ਮੇਰਾ ਬੜਾ ਮਨ ਸੀ ਕਿ ਮੈਂ ਦੁਸਹਿਰਾ ਵੇਖਣ ਜਾਵਾਂ, ਪਰ ਉਹਨੇ ਮੈਨੂੰ ਨਹੀਂ ਜਾਣ ਦਿੱਤਾ। ਅਜੇ ਮੈਂ ਅੰਦਰ ਜਾ ਕੇ ਪਈ ਹੀ ਸੀ ਕਿ ਮੇਰੀ ਸੱਸ ਮੇਰੇ ਪਿੱਛੇ ਹੀ ਆ ਗਈ ਤੇ ਮੈਨੂੰ ਕਹਿਣ ਲੱਗੀ ਚੱਲ ਫਿਰ ਤੁਸੀਂ ਜਾਓ ਦੁਸਹਿਰਾ ਵੇਖ ਆਓ। ਮੈਂ ਹੈਰਾਨ ਰਹਿ ਗਈ ਕਿ ਹੁਣ ਤਾਂ ਉਹ ਮੈਨੂੰ ਜਵਾਬ ਦੇ ਕੇ ਹਟੀ ਸੀ ਤੇ ਹੁਣ ਕਹਿ ਰਹੀ ਹੈ ਕਿ ਦੁਸਹਿਰਾ ਵੇਖ ਆਓ। ਮੈਨੂੰ ਕੁਝ ਸਮਝ ਨਾ ਲੱਗਾ। ਫਿਰ ਸਤੀਸ਼ ਦੇ ਦੱਸਣ ਤੇ ਪਤਾ ਲੱਗਾ ਕਿ ਸਤੀਸ਼ ਦੀ ਭੈਣ ਜਾਨੀ ਕਿ ਮੇਰੀ ਨਨਾਣ ਸਾਡੇ ਘਰ ਆ ਰਹੀ ਆ। ਮੇਰੀ ਨਨਾਣ ਦਾ ਘਰ ਵਾਲਾ ਬਾਹਰ ਗਿਆ ਹੋਇਆ ਸੀ ਤੇ ਉਹ ਕਹਿ ਰਹੀ ਸੀ ਕਿ ਮੈਂ ਇਹਨਾਂ ਨਾਲ ਦੁਸਹਿਰਾ ਵੇਖ ਆਊਂਗੀ, ਕਿਉਂਕਿ ਮੈਨੂੰ ਘਰ ਵਿੱਚ ਹੋਰ ਤਾਂ ਕੋਈ ਲਿਜਾਣ ਵਾਲਾ ਹੈ ਨਹੀਂ। ਉਹਦੇ ਸੱਸ ਸਹੁਰੇ ਨੇ ਕਿਹਾ ਕਿ ਤੂੰ ਆਪਣੇ ਪੇਕੇ ਚਲੀ ਜਾ, ਉੱਥੋਂ ਉਹਨਾਂ ਨਾਲ ਜਾ ਆਈ। ਇਸ ਕਰਕੇ ਮੇਰੀ ਸੱਸ ਨੇ ਕਹਿ ਦਿੱਤਾ ਸੀ ਕਿ ਦੁਸਹਿਰਾ ਵੇਖ ਆਓ, ਕਿਉਂਕਿ ਉਹਦੀ ਧੀ ਨੇ ਦੁਸਹਿਰਾ ਵੇਖਣ ਜਾਣਾ ਸੀ। ਫਿਰ ਇੰਨੇ ਟਾਈਮ ਤੱਕ ਮੇਰੀ ਨਨਾਣ ਆ ਗਈ ਤੇ ਅਸੀਂ ਤਿਆਰ ਹੋ ਕੇ ਦੁਸਹਿਰਾ ਵੇਖਣ ਚਲੇ ਗਏ। ਮੇਰੀ ਨਨਾਣ ਸਾਡੇ ਘਰ ਬਹੁਤ ਘੱਟ ਆਉਂਦੀ ਸੀ, ਕਿਉਂਕਿ ਉਹ ਸਰਕਾਰੀ ਟੀਚਰ ਲੱਗੀ ਹੋਈ ਸੀ ਤੇ ਉਹਦਾ ਘਰ ਵਾਲਾ ਬਾਹਰ ਗਿਆ ਹੋਇਆ ਸੀ। ਉਹ ਆਪਣੇ ਸੱਸ ਸਹੁਰੇ ਨਾਲ ਰਹਿੰਦੀ ਸੀ, ਉਹਦੇ ਕੋਈ ਬੱਚਾ ਨਹੀਂ ਸੀ। ਮੇਰੀ ਸੱਸ ਨੇ ਉਹਨੂੰ ਕਦੇ ਨਹੀਂ ਕਿਹਾ ਸੀ ਕਿ ਤੇਰੇ ਬੱਚਾ ਨਹੀਂ ਆ, ਪਰ ਮੈਨੂੰ ਅਜੇ ਥੋੜਾ ਟਾਈਮ ਹੋਇਆ ਸੀ ਕਿ ਮੈਨੂੰ ਇਸ ਗੱਲ ਦੇ ਮਿਹਣੇ ਦੇਣ ਵੀ ਲੱਗ ਗਈ ਸੀ ਕਿ ਤੇਰੇ ਬੱਚਾ ਕਿਉਂ ਨਹੀਂ ਹੋਇਆ। ਮੈਨੂੰ ਮੇਰੀ ਨਨਾਣ ਦਾ ਸੁਭਾਅ ਵਧੀਆ ਲੱਗਾ। ਉਹਨੇ ਕਦੇ ਵੀ ਕੋਈ ਵੱਧ ਘੱਟ ਗੱਲ ਨਹੀਂ ਕੀਤੀ ਸੀ। ਉਹਨੇ ਕਦੇ ਵੀ ਸਾਡੇ ਘਰ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕੀਤੀ ਸੀ। ਉਹ ਬਸ ਥੋੜੇ ਟਾਈਮ ਲਈ ਆਉਂਦੀ ਸੀ ਤੇ ਵਾਪਸ ਚਲੀ ਜਾਂਦੀ ਸੀ। ਉਹਨੇ ਕਦੇ ਵੀ ਮੈਨੂੰ ਕੁਝ ਨਹੀਂ ਕਿਹਾ ਸੀ। ਉਹ ਮੇਰੇ ਨਾਲ ਬੜੇ ਪਿਆਰ ਨਾਲ ਪੇਸ਼ ਆਉਂਦੀ ਸੀ। ਮੈਂ ਸੋਚਦੀ ਹੁੰਦੀ ਸੀ ਕਿ ਮੈਂ ਉਹਨੂੰ ਆਪਣੀ ਸੱਸ ਬਾਰੇ ਸਭ ਕੁਝ ਦੱਸੂਗੀ, ਪਰ ਫਿਰ ਸੋਚ ਲੈਂਦੀ ਸੀ ਕਿ ਉਹਦੀ ਤਾਂ ਉਹ ਮਾਂ ਆ, ਕੀ ਪਤਾ ਉਹ ਮੇਰੀ ਗੱਲ ਸਮਝੂਗੀ ਵੀ ਜਾਂ ਨਹੀਂ, ਕਿਉਂਕਿ ਹੁਣ ਤਾਂ ਮੇਰਾ ਉਹਦੇ ਨਾਲ ਰਿਸ਼ਤਾ ਬੜਾ ਵਧੀਆ ਸੀ। ਮੈਨੂੰ ਇਹ ਸੀ ਕਿ ਕਿਤੇ ਇਹ ਗੱਲਾਂ ਦੱਸਣ ਨਾਲ ਮੇਰਾ ਰਿਸ਼ਤਾ ਆਪਣੀ ਨਨਾਣ ਨਾਲ ਖਰਾਬ ਨਾ ਹੋ ਜਾਵੇ। ਇਸ ਕਰਕੇ ਮੈਂ ਉਹਦੇ ਕੋਲ ਕੋਈ ਗੱਲ ਨਹੀਂ ਕਰਦੀ ਸੀ। ਜਦੋਂ ਅਸੀਂ ਦੁਸਹਿਰਾ ਵੇਖ ਕੇ ਘਰ ਆਉਣਾ ਸੀ ਤਾਂ ਮੇਰੀ ਨਨਾਣ ਕਹਿਣ ਲੱਗੀ ਕਿ ਮੈਂ ਤੁਹਾਡੇ ਨਾਲ ਪਹਿਲੀ ਵਾਰ ਕਿਤੇ ਆਈ ਹਾਂ ਤੇ ਮੈਂ ਤੁਹਾਨੂੰ ਕਦੇ ਕੁਝ ਨਹੀਂ ਖਵਾਇਆ। ਅੱਜ ਮੈਂ ਤੁਹਾਨੂੰ ਕੁਝ ਖਵਾਉਣੀ ਆ। ਆਪਾਂ ਕਿਸੇ ਢਾਬੇ ਤੇ ਚੱਲਦੇ ਹਾਂ ਜਾਂ ਫਿਰ ਕਿਸੇ ਰੈਸਟੋਰੈਂਟ ਤੇ ਚਲੋ, ਆਪਾਂ ਉੱਥੇ ਰੋਟੀ ਪਾਣੀ ਖਾ ਕੇ ਘਰ ਚੱਲਾਂਗੇ। ਤਾਂ ਮੈਂ ਬੜੀ ਖੁਸ਼ ਹੋਈ। ਮੇਰਾ ਘਰ ਵਾਲਾ ਕਹਿ ਰਿਹਾ ਸੀ ਕਿ ਆਪਾਂ ਘਰ ਜਾ ਕੇ ਰੋਟੀ ਖਾ ਲਵਾਂਗੇ, ਪਰ ਮੇਰੀ ਨਨਾਣ ਕਹਿੰਦੀ ਨਹੀਂ, ਮੈਂ ਆਪਣੀ ਭਾਬੀ ਨੂੰ ਕਦੇ ਕੁਝ ਨਹੀਂ ਖਵਾਇਆ, ਅੱਜ ਮੈਂ ਇਹਨੂੰ ਰੋਟੀ ਖਵਾਉਣੀ ਆ। ਇਸ ਤਰ੍ਹਾਂ ਉਹ ਸਾਨੂੰ ਵਧੀਆ ਰੈਸਟੋਰੈਂਟ ਤੇ ਲੈ ਗਈ ਤੇ ਸਾਨੂੰ ਉੱਥੇ ਬਹੁਤ ਵਧੀਆ ਖਾਣਾ ਖਵਾਇਆ। ਜਦੋਂ ਸਤੀਸ਼ ਖਾਣਾ ਲੈਣ ਗਏ ਸੀ ਤਾਂ ਮੇਰੀ ਨਨਾਣ ਮੈਨੂੰ ਪੁੱਛਣ ਲੱਗੀ ਕਿ ਹੋਰ ਦੱਸੋ, ਮੰਮੀ ਨਾਲ ਤੁਹਾਡਾ ਰਿਲੇਸ਼ਨ ਵਧੀਆ, ਮੰਮੀ ਤੁਹਾਡੇ ਨਾਲ ਵਧੀਆ ਰਹਿੰਦੀ ਆ? ਪਹਿਲਾਂ ਤਾਂ ਮੈਂ ਚੁੱਪ ਜਿਹਾ ਹੋ ਗਈ, ਫਿਰ ਮੈਂ ਕਿਹਾ ਹਾਂਜੀ। ਤਾਂ ਉਹ ਉੱਚੀ ਹੱਸਣ ਲੱਗ ਪਈ ਤੇ ਕਹਿਣ ਲੱਗੀ ਮੈਨੂੰ ਆਪਣੀ ਮਾਂ ਦਾ ਕੋਈ ਭੁਲੇਖਾ ਨਹੀਂ ਆ। ਮੈਨੂੰ ਪਤਾ ਆਪਣੀ ਮਾਂ ਦਾ ਕਿ ਉਹਦਾ ਸੁਭਾਅ ਕਿੰਨਾ ਕੁ ਠੰਡਾ ਆ, ਪਰ ਤੁਸੀਂ ਉਹਨੂੰ ਇਗਨੋਰ ਕਰਿਆ ਕਰੋ। ਮੈਨੂੰ ਪਤਾ ਉਹ ਮੇਰੇ ਨਾਲ ਵੀ ਲੜ ਪੈਂਦੀ ਸੀ, ਤੁਹਾਨੂੰ ਕਿੱਥੇ ਬਖਸ਼ਦੀ ਹੋਣੀ ਆ। ਮੈਂ ਉਹਦੇ ਮੂੰਹੋਂ ਗੱਲਾਂ ਸੁਣ ਕੇ ਬੜੀ ਹੈਰਾਨ ਹੋ ਗਈ। ਉਹ ਮੇਰੇ ਨਾਲ ਬਿਲਕੁਲ ਆਪਣੀਆਂ ਭੈਣਾਂ ਵਾਂਗ ਗੱਲਾਂ ਕਰ ਰਹੀ ਸੀ। ਮੈਨੂੰ ਉਹ ਬੜੀ ਆਪਣੀ ਜਿਹੀ ਲੱਗ ਰਹੀ ਸੀ ਤੇ ਮੈਂ ਇਸ ਗੱਲ ਤੋਂ ਬੜੀ ਹੈਰਾਨ ਸੀ ਕਿ ਕਿੱਥੇ ਮਾਂ ਦਾ ਸੁਭਾਅ ਤੇ ਕਿੱਥੇ ਧੀ ਦਾ ਸੁਭਾਅ ਆ, ਦੋਵਾਂ ਵਿੱਚ ਕਿੰਨਾ ਫਰਕ ਆ। ਫਿਰ ਅਸੀਂ ਘਰ ਆ ਗਏ ਤਾਂ ਮੇਰੀ ਸੱਸ ਨੇ ਬੜੇ ਵਧੀਆ ਪਕਵਾਨ ਬਣਾਏ ਹੋਏ ਸੀ, ਪਰ ਜਦੋਂ ਮੇਰੀ ਨਨਾਣ ਨੇ ਕਹਿ ਦਿੱਤਾ ਕਿ ਰੋਟੀ ਉੱਥੇ ਹੀ ਖਾ ਕੇ ਆਏ ਆ ਤਾਂ ਮੇਰੀ ਸੱਸ ਬੁੜ ਕਰਨ ਲੱਗ ਪਈ ਕਿ ਤੁਸੀਂ ਤਾਂ ਐਵੇਂ ਖਰਚਾ ਕਰ ਆਏ। ਜਦੋਂ ਮੇਰੀ ਨਨਾਣ ਨੇ ਕਿਹਾ ਕਿ ਮੈਂ ਭਾਬੀ ਨੂੰ ਪਹਿਲੀ ਵਾਰ ਕੁਝ ਖਵਾਉਣਾ ਸੀ, ਇਸ ਕਰਕੇ ਮੈਂ ਕਿਹਾ ਕਿ ਆਪਾਂ ਬਾਹਰੋਂ ਹੀ ਰੋਟੀ ਖਾ ਕੇ ਜਾਂਦੇ ਆ। ਅਜੇ ਤੱਕ ਅਸੀਂ ਨਨਾਣ ਮੇਰੀ ਦੇ ਪਿੰਡ ਰਾਤ ਵੀ ਨਹੀਂ ਰਹੇ ਸੀ, ਇਕੱਲਾ ਚਾਹ ਪਾਣੀ ਪੀ ਕੇ ਵਾਪਸ ਮੋੜ ਆਏ ਸੀ। ਹੁਣ ਮੇਰੀ ਨਨਾਣ ਮੈਨੂੰ ਕਹਿ ਰਹੀ ਸੀ ਕਿ ਤੁਸੀਂ ਮੇਰੇ ਕੋਲ ਰਾਤ ਰਹਿ ਕੇ ਆਇਓ। ਅਗਲੇ ਦਿਨ ਮੇਰੀ ਨਨਾਣ ਆਪਣੇ ਪਿੰਡ ਚਲੀ ਗਈ ਸੀ। ਹੁਣ ਮੈਂ ਵੀ ਆਪਣਾ ਸਕੂਲ ਰੈਗੂਲਰ ਜਾਣਾ ਸ਼ੁਰੂ ਕਰ ਦਿੱਤਾ ਸੀ। ਮੈਂ ਪਹਿਲਾਂ ਵਾਂਗ ਆਪਣਾ ਸਾਰਾ ਕੰਮ ਕਰਕੇ ਹੀ ਜਾਂਦੀ ਸੀ।
ਹੁਣ ਮੈਂ ਪ੍ਰੈਗਨੈਂਟ ਵੀ ਹੋ ਗਈ ਸੀ। ਮੈਂ ਆਪਣੇ ਡਿਲੀਵਰੀ ਟਾਈਮ ਸਕੂਲ ਵਿੱਚੋਂ ਛੁੱਟੀਆਂ ਲੈ ਲਈਆਂ ਸੀ। ਮੈਂ ਪ੍ਰੈਗਨੈਂਸੀ ਵਿੱਚ ਵੀ ਘਰ ਦਾ ਸਾਰਾ ਕੰਮ ਕਰਦੀ ਸੀ। ਮੇਰੀ ਸੱਸ ਬਸ ਮੈਨੂੰ ਇਹੀ ਗੱਲ ਕਹਿੰਦੀ ਰਹਿੰਦੀ ਸੀ ਕਿ ਮੈਨੂੰ ਤਾਂ ਪੋਤਾ ਚਾਹੀਦਾ। ਮੈਂ ਕਈ ਵਾਰ ਮਾਤਾ ਨੂੰ ਸਮਝਾਇਆ ਕਿ ਇਹ ਤਾਂ ਪਰਮਾਤਮਾ ਦੀ ਮਰਜ਼ੀ ਆ, ਪਰ ਉਹ ਹਰ ਵਾਰ ਕਹਿ ਦਿੰਦੀ ਸੀ ਤੇਰੇ ਹੱਥ ਵਸਿਆ, ਮੈਨੂੰ ਤਾਂ ਪੋਤਾ ਹੀ ਚਾਹੀਦਾ। ਉਹਦੀ ਇਹ ਗੱਲ ਕਹਿਣ 'ਤੇ ਮੇਰਾ ਬੜਾ ਦਿਮਾਗ ਖਰਾਬ ਹੋ ਜਾਂਦਾ ਸੀ ਕਿ ਉਹਨੂੰ ਕੌਣ ਸਮਝਾਵੇ ਕਿ ਇਹ ਮੇਰੇ ਹੱਥ ਵੱਸ ਨਹੀਂ ਆ। ਮੈਂ ਇਹ ਗੱਲ ਕਈ ਵਾਰ ਸਤੀਸ਼ ਨੂੰ ਵੀ ਦੱਸੀ ਸੀ ਕਿ ਮੰਮੀ ਹਮੇਸ਼ਾ ਮੁੰਡਾ ਹੀ ਕਰਦੇ ਰਹਿੰਦੇ ਆ, ਤਾਂ ਮੇਰਾ ਘਰ ਵਾਲਾ ਕਿੱਥੇ ਬੋਲਣ ਵਾਲਾ ਸੀ। ਉਹ ਕਹਿ ਦਿੰਦਾ ਸੀ ਚੱਲ ਕੋਈ ਗੱਲ ਨਹੀਂ, ਬੁੜੀਆਂ ਨੂੰ ਹੁੰਦਾ ਹੀ ਆ। ਮੈਂ ਉਹਨੂੰ ਕਈ ਵਾਰ ਕਿਹਾ ਸੀ ਕਿ ਮਾਤਾ ਨੂੰ ਸਮਝਾਇਆ ਕਰੋ, ਇੱਦਾਂ ਨਾ ਕਿਹਾ ਕਰੇ, ਮੈਨੂੰ ਟੈਨਸ਼ਨ ਹੋ ਜਾਂਦੀ ਆ। ਉਹ ਮੈਨੂੰ ਤਾਂ ਕਹਿ ਦਿੰਦਾ ਸੀ ਕਿ ਮੈਂ ਕਹਿ ਦੂੰਗਾ, ਪਰ ਉਹਨੇ ਕਿੱਥੇ ਕੁਝ ਕਹਿਣਾ ਸੀ। ਉਹ ਤਾਂ ਆਪਣੀ ਮਾਤਾ ਤੋਂ ਬੜਾ ਡਰਦਾ ਸੀ। ਇਸ ਤਰ੍ਹਾਂ ਹੀ ਮੇਰੇ 9 ਮਹੀਨੇ ਪੂਰੇ ਹੋ ਗਏ ਤੇ ਮੇਰੇ ਘਰ ਕੁੜੀ ਨੇ ਜਨਮ ਲਿਆ। ਇਸ ਗੱਲ ਤੋਂ ਮੇਰੀ ਸੱਸ ਬੜਾ ਤੜਫੀ। ਉਹਨੇ ਤਾਂ ਹਸਪਤਾਲ ਵਿੱਚ ਮੇਰੀ ਕੁੜੀ ਨੂੰ ਚੁੱਕਿਆ ਵੀ ਨਹੀਂ, ਪਰ ਸਤੀਸ਼ ਨੇ ਆਪਣੀ ਧੀ ਨੂੰ ਬੜਾ ਪਿਆਰ ਕੀਤਾ। ਜਦੋਂ ਕੁੜੀ ਹੋਣ ਦੀ ਖਬਰ ਮੇਰੀ ਨਨਾਣ ਨੂੰ ਪਤਾ ਲੱਗੀ, ਉਹ ਵੀ ਭੱਜੀ ਆਪਣੀ ਭਤੀਜੀ ਨੂੰ ਦੇਖਣ ਆਈ। ਉਹ ਵੀ ਆਪਣੀ ਭਤੀਜੀ ਲਈ ਬੜੇ ਖਿਡੌਣੇ ਤੇ ਕੱਪੜੇ ਲੈ ਕੇ ਆਈ। ਮੈਂ ਉਹਨੂੰ ਉੱਥੇ ਸਾਰੀ ਗੱਲ ਦੱਸੀ ਕਿ ਮੰਮੀ ਨੂੰ ਜਦੋਂ ਪਤਾ ਲੱਗਾ ਕਿ ਕੁੜੀ ਨੇ ਜਨਮ ਲਿਆ ਤਾਂ ਉਦੋਂ ਹੀ ਮੰਮੀ ਘਰ ਚਲੀ ਗਈ। ਨਾ ਹੀ ਉਹਨੇ ਕੁੜੀ ਨੂੰ ਚੁੱਕਿਆ ਤੇ ਨਾ ਹੀ ਕੁੜੀ ਨੂੰ ਚੰਗੀ ਤਰ੍ਹਾਂ ਵੇਖਿਆ। ਮੇਰੀ ਨਨਾਣ ਇਸ ਗੱਲ ਤੋਂ ਬੜੀ ਹੈਰਾਨ ਰਹਿ ਗਈ। ਉਹ ਕਹਿਣ ਲੱਗੀ ਕਿ ਬੱਚਾ ਤਾਂ ਬੱਚਾ ਹੀ ਆ, ਨਾਲੇ ਤੁਹਾਡਾ ਤਾਂ ਪਹਿਲਾ ਬੱਚਾ, ਮੰਮੀ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ। ਉਹ ਮੈਨੂੰ ਕਹਿਣ ਲੱਗੀ ਤੁਸੀਂ ਟੈਨਸ਼ਨ ਨਾ ਲਵੋ, ਮੈਂ ਆਪੇ ਮੰਮੀ ਨਾਲ ਗੱਲ ਕਰੂੰਗੀ। ਮੇਰੀ ਨਨਾਣ ਨੂੰ ਇੰਨਾ ਚਾਅ ਚੜਿਆ ਕਿ ਉਹ ਸਾਡੇ ਕੋਲ ਕਈ ਦਿਨ ਰਹਿ ਕੇ ਗਈ। ਜਦੋਂ ਮੈਨੂੰ ਛੁੱਟੀ ਮਿਲ ਗਈ ਸੀ ਤਾਂ ਉਹ ਘਰ ਵਿੱਚ ਮੇਰੀ ਬੜੀ ਸੇਵਾ ਕਰਦੀ ਸੀ। ਮੇਰੀ ਸੱਸ ਇਸ ਗੱਲ ਤੋਂ ਬੜੀ ਜੈਲਸੀ ਫੀਲ ਕਰਦੀ ਸੀ। ਉਹ ਕਹਿ ਦਿੰਦੀ ਸੀ ਕਿ ਐਵੇਂ ਨਾ ਇਹਨੂੰ ਚਮਲਾ, ਪਰ ਮੇਰੀ ਨਨਾਣ ਬੜੀ ਚੰਗੀ ਸੀ। ਉਹਨੇ ਮੈਨੂੰ ਆਪਣੀਆਂ ਭੈਣਾਂ ਵਾਂਗ ਸਾਂਭਿਆ, ਮੇਰੀ ਬੜੀ ਸਾਂਭ ਸੰਭਾਲ ਕੀਤੀ ਤੇ ਆਪਣੀ ਭਤੀਜੀ ਨੂੰ ਵੀ ਬੜਾ ਪਿਆਰ ਕਰਦੀ ਸੀ। ਉਹਨੂੰ ਬੜੇ ਚਾਅ ਨਾਲ ਚੁੱਕਦੀ ਸੀ। ਉਹ ਵੀ ਆਪਣੀ ਮਾਂ ਨੂੰ ਬੜਾ ਸਮਝਾਉਂਦਾ ਸੀ ਕਿ ਬੱਚਿਆਂ ਨਾਲ ਇਦਾਂ ਭੇਦਭਾਵ ਨਹੀਂ ਕਰੀਦਾ। ਮੈਂ ਤਾਂ ਹੁਣ ਕੁੜੀ ਨੂੰ ਵੀ ਤਰਸਦੀ ਆ। ਇਹਨਾਂ ਨੂੰ ਤਾਂ ਰੱਬ ਨੇ ਫਿਰ ਵੀ ਕੁੜੀ ਦੇ ਦਿੱਤੀ ਆ, ਪਰ ਉਹ ਕਿੱਥੇ ਸਮਝਦੀ ਸੀ। ਉਹਦੇ ਨਾਲ ਜਿੰਨਾ ਮਰਜ਼ੀ ਕੋਈ ਮੱਥਾ ਮਾਰੀ ਜਾਵੇ, ਉਹ ਸਮਝਣ ਵਾਲੀ ਨਹੀਂ ਸੀ। ਮੇਰੇ ਪੇਕੇ ਵੀ ਆਪਣੀ ਦੋਤੀ ਲਈ ਬੜਾ ਕੁਝ ਲੈ ਕੇ ਆਏ। ਮੇਰੀ ਸੱਸ ਤਾਂ ਉਹਨਾਂ ਦੇ ਸਾਹਮਣੇ ਵੀ ਕਹਿਣ ਲੱਗ ਜਾਂਦੀ ਸੀ ਕਿ ਇਹਨੇ ਪੱਥਰ ਜੰਮ ਦਿੱਤਾ। ਇਸ ਗੱਲ ਤੋਂ ਮੇਰੀ ਮੰਮੀ ਬੜੀ ਦੁਖੀ ਹੁੰਦੀ ਸੀ। ਕਿਸੇ ਨੂੰ ਕੁੜੀ ਹੋਣ ਤੇ ਕੋਈ ਪ੍ਰੋਬਲਮ ਨਹੀਂ ਸੀ, ਪਰ ਮੇਰੀ ਸੱਸ ਬੁੜ-ਬੁੜ ਕਰਦੀ ਰਹਿੰਦੀ ਸੀ। ਮੰਮੀ ਨੇ ਮੈਨੂੰ ਦੱਸਿਆ ਕਿ ਤੇਰੇ ਭਰਾ ਲਈ ਇੱਕ ਕੁੜੀ ਵੇਖੀ ਆ, ਜੇ ਪਸੰਦ ਆਈ ਤਾਂ ਆਪਾਂ ਸ਼ਗਨ ਪਾ ਹੀ ਦੇਣਾ। ਮੰਮੀ ਮੈਨੂੰ ਕਹਿਣ ਲੱਗੀ ਕਿ ਤੂੰ ਥੋੜਾ ਜਿਹਾ ਠੀਕ ਹੋ ਜਾ, ਫਿਰ ਆਪਾਂ ਕੁੜੀ ਵੇਖਣ ਚੱਲਾਂਗੇ ਤੇ ਸ਼ਗਨ ਪਾ ਆਵਾਂਗੇ। ਮੈਨੂੰ ਬੜੀ ਖੁਸ਼ੀ ਹੋਈ ਕਿ ਮੇਰੇ ਭਰਾ ਦਾ ਵੀ ਘਰ ਵਸਣ ਲੱਗਾ। ਬੇਸ਼ੱਕ ਸਾਡੇ ਘਰ ਵਿੱਚ ਬੜੀ ਗਰੀਬੀ ਸੀ, ਪਰ ਮੇਰਾ ਭਰਾ ਬੜੀ ਮਿਹਨਤ ਕਰਦਾ ਸੀ। ਉਹ ਕੰਮ ਤੇ ਲੱਗਿਆ ਹੋਇਆ ਸੀ ਤੇ ਵਧੀਆ ਕਮਾ ਲੈਂਦਾ ਸੀ। ਇਸ ਤਰ੍ਹਾਂ ਹੀ ਜਦੋਂ ਮੇਰੀ ਕੁੜੀ 2 ਮਹੀਨਿਆਂ ਦੀ ਹੋ ਗਈ ਤਾਂ ਮੇਰਾ ਭਰਾ ਮੈਨੂੰ ਆ ਕੇ ਲੈ ਗਿਆ ਤੇ ਅਸੀਂ ਕੁੜੀ ਵੇਖਣ ਚਲੇ ਗਏ। ਤੇ ਕੁੜੀ ਬੜੀ ਸੋਹਣੀ ਸੀ ਤੇ ਕੁੜੀ ਵੇਖਣ ਸਾਰੀ ਅਸੀਂ ਸ਼ਗਨ ਪਾ ਦਿੱਤਾ ਤੇ ਦਿਨਾਂ ਵਿੱਚ ਹੀ ਮੇਰੇ ਭਰਾ ਦਾ ਵਿਆਹ ਰੱਖ ਦਿੱਤਾ, ਕਿਉਂਕਿ ਅਸੀਂ ਵਿਆਹ ਤੇ ਜ਼ਿਆਦਾ ਖਰਚਾ ਨਹੀਂ ਕਰਨਾ ਸੀ। ਮੇਰੇ ਭਰਾ ਦੇ ਵਿਆਹ ਤੇ ਸਤੀਸ਼ ਬਸ 2 ਦਿਨ ਰਹੇ, ਕਿਉਂਕਿ ਉਹਨਾਂ ਦੀ ਮੰਮੀ ਨੇ ਕਹਿ ਕੇ ਤੋਰਿਆ ਸੀ ਕਿ ਜਲਦੀ ਵਾਪਸ ਆ ਜਾਵੀਂ। ਮੇਰੀ ਸੱਸ ਵਿਆਹ ਤੇ ਗਈ ਹੀ ਨਹੀਂ, ਪਰ ਮੈਂ ਤਾਂ ਆਪਣੇ ਪੇਕੇ ਕਾਫੀ ਦਿਨ ਰਹਿ ਕੇ ਆਈ ਸੀ, ਕਿਉਂਕਿ ਪ੍ਰੈਗਨੈਂਸੀ ਵਿੱਚ ਵੀ ਆਪਣੇ ਸਹੁਰੇ ਘਰ ਹੀ ਰਹੀ ਸੀ। ਮੈਂ ਆਪਣੇ ਪੇਕੇ 1 ਹਫ਼ਤਾ ਲਾ ਕੇ ਗਈ। ਜਦੋਂ ਮੈਂ ਪੇਕਿਆਂ ਤੋਂ ਆਪਣੇ ਸਹੁਰੇ ਘਰ ਗਈ, ਮੇਰਾ ਭਰਾ ਛੱਡਣ ਗਿਆ ਤਾਂ ਮੇਰੀ ਸੱਸ ਮੈਨੂੰ ਵੱਧ ਘੱਟ ਬੋਲਣ ਲੱਗੀ। ਉਹਨੇ ਮੇਰੇ ਭਰਾ ਦੀ ਵੀ ਕੋਈ ਲਿਹਾਜ਼ ਨਾ ਕੀਤੀ ਤੇ ਕਹਿਣ ਲੱਗੀ ਕਿ ਉੱਥੇ ਹੀ ਰਹਿ ਪੈਂਦੀ, ਹੁਣ ਇੱਥੇ ਕੀ ਕਰਨ ਆਈ ਆ। ਮੈਨੂੰ ਵੀ ਗੁੱਸਾ ਆ ਗਿਆ, ਮੈਂ ਵੀ ਅੱਗੇ ਬੋਲ ਪਈ ਤੇ ਸਾਡੀ ਚੰਗੀ ਹੀ ਬਹਿਸ ਹੋਈ ਤੇ ਮੇਰਾ ਭਰਾ ਮੈਨੂੰ ਰੋਕ ਰਿਹਾ ਸੀ ਕਿ ਤੂੰ ਚੁੱਪ ਰਹਿ, ਕੋਈ ਗੱਲ ਨਹੀਂ, ਕਹਿ ਲੈਣ ਦੇ ਜੋ ਕੁਝ ਕਹਿੰਦੀ ਆ। ਮੇਰਾ ਭਰਾ ਮੇਰੀ ਸੱਸ ਨੂੰ ਕਹਿਣ ਲੱਗਾ ਕਿ ਜੇ ਤੁਹਾਨੂੰ ਇੱਥੇ ਚੰਗੀ ਨਹੀਂ ਲੱਗਦੀ ਤਾਂ ਮੈਂ ਇਹਨੂੰ ਵਾਪਸ ਲੈ ਜਾਣਾ। ਤਾਂ ਮੇਰੀ ਸੱਸ ਨੇ ਝੱਟ ਹੀ ਕਹਿ ਦਿੱਤਾ ਕਿ ਲੈ ਜਾ, ਜਿਵੇਂ ਕਿ ਉਹ ਮੈਨੂੰ ਰੱਖਣਾ ਹੀ ਨਹੀਂ ਚਾਹੁੰਦੀ ਸੀ। ਜਦੋਂ ਦੀ ਮੇਰੇ ਕੁੜੀ ਹੋਈ ਸੀ ਉਦੋਂ ਦੀ ਮੇਰੀ ਸੱਸ ਮੇਰੇ ਨਾਲ ਅੱਗੇ ਨਾਲੋਂ ਵੀ ਜ਼ਿਆਦਾ ਲੜਦੀ ਸੀ। ਮੈਂ ਆਪਣੇ ਭਰਾ ਨੂੰ ਸਮਝਾ ਬੁਝਾ ਕੇ ਵਾਪਸ ਭੇਜ ਦਿੱਤਾ। ਵਿਆਹ ਵਿੱਚ ਮੰਮੀ ਵੀ ਜ਼ਿਆਦਾ ਬਿਮਾਰ ਹੋ ਗਈ। ਮੇਰਾ ਭਰਾ ਉਹਨੂੰ ਹਸਪੀਟਲ ਲੈ ਕੇ ਗਿਆ ਤੇ ਇਹ ਗੱਲ ਮੈਨੂੰ ਉਹਨਾਂ ਨੇ ਨਾ ਦੱਸੀ। ਮੈਨੂੰ ਤਾਂ ਕਾਫੀ ਦਿਨਾਂ ਬਾਅਦ ਇਹ ਗੱਲ ਪਤਾ ਲੱਗੀ। ਮੰਮੀ ਦੀ ਤਬੀਅਤ ਜ਼ਿਆਦਾ ਠੀਕ ਨਹੀਂ ਸੀ। ਜਦੋਂ ਵੀ ਮੈਂ ਆਪਣੇ ਪੇਕੇ ਜਾਣ ਦੀ ਗੱਲ ਕਰਦੀ ਸੀ ਤੇ ਮੇਰੀ ਸੱਸ ਇੱਕੋ ਗੱਲ ਕਹਿੰਦੀ ਸੀ ਕਿ ਉੱਥੇ ਹੀ ਰਹਿ ਲਵੀਂ, ਤੂੰ ਵਾਰ-ਵਾਰ ਉੱਥੇ ਦਾ ਹੀ ਨਾਂ ਲੈਂਦੀ ਰਹਿੰਦੀ ਆ। ਮੈਂ ਆਪਣੀ ਸੱਸ ਨੂੰ ਕਹਿਣ ਲੱਗੀ ਕਿ ਜਦ ਮਾਂ ਪਿਓ ਬਿਮਾਰ ਹੋਵੇ ਫਿਰ ਤਾਂ ਜਾਣਾ ਹੀ ਪੈਂਦਾ। ਮੈਂ ਸੋਚ ਲਿਆ ਕਿ ਮੈਂ ਆਪਣੀ ਨਨਾਣ ਨੂੰ ਬੁਲਾਉਂਗੀ ਤੇ ਉਹਨੂੰ ਸਾਰਾ ਕੁਝ ਦੱਸੂਗੀ ਤੇ ਉਹਨੂੰ ਕਹੂੰਗੀ ਕਿ ਮੇਰੀ ਸੱਸ ਨੂੰ ਸਮਝਾ ਕੇ ਜਾਵੇ। ਜਦੋਂ ਮੈਂ ਆਪਣੀ ਨਨਾਣ ਨੂੰ ਫੋਨ ਕੀਤਾ ਤਾਂ ਉਹ ਅਗਲੇ ਦਿਨ ਹੀ ਆ ਗਈ ਤੇ ਮੈਂ ਉਹਦੇ ਨਾਲ ਸਾਰੀਆਂ ਗੱਲਾਂ ਸ਼ੇਅਰ ਕੀਤੀਆਂ ਤੇ ਮੈਂ ਆਪਣੀ ਨਨਾਣ ਕੋਲ ਬਹੁਤ ਜ਼ਿਆਦਾ ਰੋਈ ਤੇ ਉਹਨੂੰ ਦੱਸਿਆ ਕਿ ਮੈਨੂੰ ਮੰਮੀ ਬੜਾ ਜ਼ਿਆਦਾ ਤੰਗ ਕਰਦੀ ਆ। ਉਹਨੇ ਆਪਣੀ ਮਾਂ ਨੂੰ ਬੜਾ ਸਮਝਾਇਆ, ਪਰ ਉਹਦੀ ਮਾਂ ਕਿੱਥੇ ਸਮਝਣ ਵਾਲੀ ਸੀ। ਫਿਰ ਉਹ ਮੈਨੂੰ ਆਪਣੇ ਨਾਲ ਆਪਣੇ ਸਹੁਰੇ ਘਰ ਲੈ ਗਈ।
ਤੇ ਕਾਫੀ ਦਿਨ ਮੈਂ ਉੱਥੇ ਰਹੀ ਤੇ ਸਤੀਸ਼ ਮੈਨੂੰ ਲੈਣ ਵੀ ਨਹੀਂ ਗਏ। ਉਹ ਤਾਂ ਆਪਣੀ ਮਾਂ ਪਿੱਛੇ ਲੱਗੇ ਹੋਏ ਸੀ। ਫਿਰ ਇੱਕ ਦਿਨ ਮੇਰੀ ਸੱਸ ਤੇ ਮੇਰਾ ਘਰ ਵਾਲਾ ਮੈਨੂੰ ਲੈਣ ਲਈ ਉੱਥੇ ਗਏ ਤੇ ਮੇਰੀ ਨਨਾਣ ਨੇ ਇਸ ਸ਼ਰਤ ਤੇ ਮੈਨੂੰ ਉਹਨਾਂ ਨਾਲ ਤੋਰਿਆ ਕਿ ਤੁਸੀਂ ਅੱਜ ਤੋਂ ਬਾਅਦ ਇਹਦੇ ਨਾਲ ਲੜਾਈ ਨਹੀਂ ਕਰੋਗੇ ਤੇ ਇਹਨੂੰ ਤੰਗ ਨਹੀਂ ਕਰੋਗੇ। ਜਿੰਨੇ ਦਿਨ ਵੀ ਮੈਂ ਆਪਣੀ ਨਨਾਣ ਕੋਲ ਰਹੀ ਮੇਰੇ ਦਿਨ ਬਹੁਤ ਵਧੀਆ ਲੰਘੇ, ਕਿਉਂਕਿ ਉੱਥੇ ਸਾਰੇ ਮੈਨੂੰ ਬੜਾ ਪਿਆਰ ਕਰਦੇ ਸੀ। ਉਹਦੇ ਸੱਸ ਸਹੁਰਾ ਵੀ ਮੈਨੂੰ ਬੜਾ ਪਿਆਰ ਦਿੰਦੇ ਸੀ। ਇੱਕ ਦਿਨ ਅਚਾਨਕ ਮੰਮੀ ਦੀ ਸ਼ੂਗਰ ਬਹੁਤ ਘਟ ਗਈ, ਜਿਸ ਕਰਕੇ ਮੇਰੀ ਮਾਂ ਨੂੰ ਅਟੈਕ ਆ ਗਿਆ ਤੇ ਅਟੈਕ ਹੋਣ ਨਾਲ ਉਹਦੀ ਮੌਤ ਹੋ ਗਈ। ਇਹ ਗੱਲ ਸਾਨੂੰ ਅਚਾਨਕ ਹੀ ਪਤਾ ਲੱਗੀ। ਮੈਨੂੰ ਬਹੁਤ ਭੈੜਾ ਸਦਮਾ ਲੱਗਾ, ਕਿਉਂਕਿ ਪਿਓ ਤਾਂ ਪਹਿਲਾਂ ਤੁਰ ਗਿਆ ਸੀ, ਹੁਣ ਮਾਂ ਵੀ ਸਾਨੂੰ ਛੱਡ ਕੇ ਚਲੀ ਗਈ ਸੀ। ਮੈਂ ਇਸ ਸਦਮੇ ਨੂੰ ਬਰਦਾਸ਼ਤ ਨਾ ਕਰ ਸਕੀ ਤੇ ਮੈਂ ਡਿਪਰੈਸ਼ਨ ਵਿੱਚ ਰਹਿਣ ਲੱਗ ਗਈ। ਮੇਰੀ ਟੈਨਸ਼ਨ ਦੀ ਦਵਾਈ ਵੀ ਚੱਲਦੀ ਸੀ। ਜਦੋਂ ਮੈਂ ਦਵਾਈ ਨਾ ਲੈਂਦੀ ਤਾਂ ਮੈਨੂੰ ਨੀਂਦ ਵੀ ਨਹੀਂ ਆਉਂਦੀ ਸੀ। ਇੱਕ ਦਿਨ ਡਾਕਟਰ ਨੇ ਮੈਨੂੰ ਬੜਾ ਸਮਝਾਇਆ ਕਿ ਤੁਹਾਡੇ ਛੋਟੀ ਬੇਟੀ ਆ, ਜੇਕਰ ਤੁਸੀਂ ਇਸ ਤਰ੍ਹਾਂ ਹੀ ਦਵਾਈ ਖਾਈ ਗਏ ਤਾਂ ਇਹ ਦਵਾਈ ਤੁਹਾਨੂੰ ਸਾਰੀ ਉਮਰ ਹੀ ਖਾਣੀ ਪੈ ਸਕਦੀ ਆ ਤੇ ਤੁਹਾਡਾ ਦਵਾਈ ਤੋਂ ਬਿਨਾਂ ਕੰਮ ਨਹੀਂ ਚੱਲਣਾ ਤੇ ਇਸ ਤਰ੍ਹਾਂ ਦਵਾਈਆਂ ਖਾਂਦੇ ਖਾਂਦੇ ਤੁਹਾਡੀ ਉਮਰ ਘਟ ਜਾਣੀ ਆ, ਕਿਉਂਕਿ ਦਵਾਈਆਂ ਦੇ ਅੰਦਰ ਨੁਕਸਾਨ ਵੀ ਬਹੁਤ ਹੁੰਦੇ ਆ। ਇਸ ਕਰਕੇ ਤੁਹਾਨੂੰ ਆਪਣੇ ਆਪ ਨੂੰ ਸੰਭਾਲਣਾ ਚਾਹੀਦਾ ਹੈ ਤੇ ਡਿਪਰੈਸ਼ਨ ਚੋਂ ਬਾਹਰ ਨਿਕਲਣਾ ਚਾਹੀਦਾ ਹੈ। ਹੁਣ ਮੇਰੀ ਮਾਂ ਨੂੰ ਗਏ ਹੋਏ 1 ਸਾਲ ਹੋ ਗਿਆ ਸੀ। ਮੈਂ ਵੀ ਹੁਣ ਆਪਣਾ ਮਨ ਸਮਝਾਉਣਾ ਸ਼ੁਰੂ ਕੀਤਾ। ਹੁਣ ਮੈਂ ਆਪਣੀ ਬੇਟੀ ਬਾਰੇ ਸੋਚਦੀ ਰਹਿੰਦੀ ਸੀ ਕਿ ਉਹਦਾ ਮੇਰੇ ਤੋਂ ਇਲਾਵਾ ਹੋਰ ਹੈ ਹੀ ਕੌਣ। ਜਿਸ ਤਰ੍ਹਾਂ ਮੈਂ ਆਪਣੀ ਮਾਂ ਨੂੰ ਤਰਸ ਰਹੀ ਹਾਂ, ਇਹ ਨਾ ਹੋਵੇ ਕਿ ਇੱਕ ਦਿਨ ਉਹ ਵੀ ਮੈਨੂੰ ਤਰਸੇ। ਹੌਲੀ ਹੌਲੀ ਮੈਂ ਇਸ ਬਿਮਾਰੀ ਵਿੱਚੋਂ ਬਾਹਰ ਨਿਕਲਣਾ ਸ਼ੁਰੂ ਕੀਤਾ। ਹੁਣ ਮੈਂ ਠੀਕ ਵੀ ਹੋਣ ਲੱਗ ਗਈ ਸੀ। ਹੁਣ ਮੈਂ ਘਰ ਹੀ ਹੁੰਦੀ ਸੀ। ਮੈਂ ਸਕੂਲ ਵਿੱਚੋਂ ਹਟ ਗਈ ਸੀ ਕਿਉਂਕਿ ਮੇਰੀ ਕੁੜੀ ਛੋਟੀ ਸੀ। ਮੇਰੀ ਸੱਸ ਤਾਂ ਕੁੜੀ ਦੀ ਸਾਂਭ ਸੰਭਾਲ ਨਹੀਂ ਕਰਦੀ ਸੀ, ਇਸ ਕਰਕੇ ਮੈਂ ਸਕੂਲ ਛੱਡ ਦਿੱਤਾ ਸੀ। ਡਾਕਟਰ ਨੇ ਦੱਸਿਆ ਸੀ ਕਿ ਮੈਂ ਹੁਣ ਦੁਬਾਰਾ ਕਦੇ ਮਾਂ ਨਹੀਂ ਬਣ ਸਕਦੀ। ਮੇਰੇ ਅੰਦਰ ਇਹੋ ਜਿਹਾ ਨੁਕਸ ਪੈ ਚੁੱਕਾ ਸੀ ਕਿ ਮੈਂ ਹੁਣ ਹੋਰ ਬੱਚਾ ਨਹੀਂ ਜੰਮ ਸਕਦੀ ਸੀ। ਮੇਰੀ ਸੱਸ ਨੂੰ ਜਦੋਂ ਦਾ ਇਸ ਗੱਲ ਦਾ ਪਤਾ ਲੱਗਾ ਸੀ ਤਾਂ ਉਹ ਮੇਰੇ ਘਰ ਵਾਲੇ ਨੂੰ ਇਹੀ ਗੱਲ ਕਹਿੰਦੀ ਰਹਿੰਦੀ ਸੀ ਕਿ ਤੂੰ ਦੁਬਾਰਾ ਵਿਆਹ ਕਰਵਾ ਲੈ, ਇਹ ਤਾਂ ਨਿਰਾ ਬਿਮਾਰੀ ਦਾ ਘਰ ਤੇਰੇ ਪੱਲੇ ਪੈ ਗਈ ਆ। ਇਹ ਤਾਂ ਬਸ ਕੁੜੀ ਜੰਮਣ ਜੋਗੀ ਸੀ ਜੋ ਇਹਨੇ ਜੰਮ ਦਿੱਤੀ ਆ, ਆਪਾਂ ਨੂੰ ਪੋਤੇ ਦਾ ਮੂੰਹ ਇਹਨੇ ਨਹੀਂ ਵਿਖਾਉਣਾ। ਮੇਰਾ ਘਰ ਵਾਲਾ ਵੀ ਮੇਰੀ ਸੱਸ ਦੇ ਪਿੱਛੇ ਲੱਗ ਗਿਆ। ਉਹ ਵੀ ਦੂਜਾ ਵਿਆਹ ਕਰਵਾਉਣ ਲਈ ਤਿਆਰ ਹੋ ਗਿਆ ਸੀ ਤੇ ਉਹ ਮੇਰੇ ਨਾਲ ਮਿੱਠੀਆਂ ਮਾਰਦਾ ਰਹਿੰਦਾ ਸੀ ਕਿ ਤੇਰੀ ਸਹਿਮਤੀ ਨਾਲ ਹੀ ਵਿਆਹ ਕਰਵਾ ਲੈਂਦੇ ਆ। ਪਰ ਮੈਨੂੰ ਇਹ ਗੱਲ ਮਨਜ਼ੂਰ ਨਹੀਂ ਸੀ। ਹੁਣ ਇਹ ਗੱਲ ਇੰਨੀ ਵੱਧ ਗਈ ਸੀ ਤਾਂ ਮੈਂ ਰੁੱਸ ਕੇ ਆਪਣੇ ਪੇਕੇ ਚਲੀ ਗਈ ਸੀ, ਕਿਉਂਕਿ ਕੋਈ ਵੀ ਔਰਤ ਆਪਣਾ ਘਰ ਵਾਲਾ ਕਿਸੇ ਨਾਲ ਨਹੀਂ ਵੰਡ ਸਕਦੀ। ਕਰਨ ਨੂੰ ਤਾਂ ਮੈਂ ਉਹਨਾਂ ਉੱਤੇ ਕੇਸ ਕਰ ਸਕਦੀ ਸੀ, ਪਰ ਜੋ ਇਨਸਾਨ ਮੈਨੂੰ ਇੱਕਦਮ ਛੱਡਣ ਲਈ ਤਿਆਰ ਹੋ ਗਏ, ਮੈਂ ਵੀ ਉਹਨਾਂ ਦੇ ਨਾਲ ਰਹਿਣ ਲਈ ਹੁਣ ਤਿਆਰ ਨਹੀਂ ਸੀ। ਮੇਰਾ ਵੀ ਮਨ ਅੱਕ ਗਿਆ ਸੀ। ਮੈਂ ਆਪਣੀ ਧੀ ਨੂੰ ਲੈ ਕੇ ਆਪਣੇ ਪੇਕੇ ਰਹਿਣ ਲੱਗ ਗਈ ਸੀ। ਮੇਰੇ ਪੇਕੇ ਮੇਰੇ ਭਰਾ ਭਰਜਾਈ ਸੀ। ਮੈਂ ਆਪਣੇ ਸਹੁਰਿਆਂ ਨਾਲੋਂ ਹਮੇਸ਼ਾ ਲਈ ਨਾਤਾ ਤੋੜ ਲਿਆ ਸੀ। ਮੈਂ ਉਹਨੂੰ ਆਪ ਹੀ ਤਲਾਕ ਦੇ ਦਿੱਤਾ ਸੀ ਤੇ ਮੈਂ ਆਪਣੀ ਧੀ ਨੂੰ ਆਪਣੇ ਨਾਲ ਰੱਖ ਲਿਆ ਸੀ। ਮੇਰੀ ਨਨਾਣ ਤਾਂ ਮੇਰਾ ਬੜਾ ਮੋਹ ਕਰਦੀ ਸੀ। ਉਹ ਤਾਂ ਅੱਜ ਵੀ ਮੇਰੇ ਨਾਲ ਫੋਨ ਤੇ ਗੱਲ ਕਰਦੀ ਆ, ਕਿਉਂਕਿ ਸਾਡਾ ਰਿਸ਼ਤਾ ਤਾਂ ਇੱਕ ਭੈਣਾਂ ਵਾਂਗ ਬਣ ਗਿਆ ਸੀ। ਪਰ ਜਿਸ ਬੰਦੇ ਨਾਲ ਮੈਂ ਰਹਿਣਾ ਸੀ ਉਹੀ ਕੰਮ ਦਾ ਨਹੀਂ ਸੀ, ਤਾਂ ਫਿਰ ਹੁਣ ਮੈਂ ਕੀ ਕਰ ਸਕਦੀ ਸੀ। ਮੇਰੀ ਕੁੜੀ ਵੀ ਹੁਣ 4 ਸਾਲ ਦੀ ਹੋ ਗਈ ਸੀ। ਮੈਨੂੰ ਪੇਕੇ ਬੈਠੀ ਨੂੰ ਕਾਫੀ ਟਾਈਮ ਹੋ ਗਿਆ ਸੀ। ਹੁਣ ਤਾਂ ਮੇਰੀ ਭਰਜਾਈ ਮੇਰੇ ਨਾਲ ਲੜਨ ਲੱਗ ਗਈ ਸੀ। ਕਈ ਵਾਰ ਮੇਰਾ ਭਰਾ ਮੈਨੂੰ ਕਹਿੰਦਾ ਸੀ ਕਿ ਤੂੰ ਅੱਗੇ ਵਿਆਹ ਕਰਵਾ ਲਾ, ਪਰ ਮੇਰਾ ਮਨ ਨਹੀਂ ਮੰਨਦਾ ਸੀ। ਮੈਂ ਆਪਣਾ ਸਕੂਲ ਵਿੱਚ ਜੌਬ ਕਰਨ ਲੱਗ ਗਈ ਸੀ। ਪਹਿਲਾਂ ਤਾਂ ਮੇਰੀ ਭਰਜਾਈ ਮੇਰੇ ਨਾਲ ਬਹੁਤ ਵਧੀਆ ਰਹਿੰਦੀ ਸੀ, ਮੇਰਾ ਬੜਾ ਮੋਹ ਕਰਦੀ ਸੀ, ਪਰ ਹੁਣ ਉਹ ਵੀ ਮੇਰੇ ਕੋਲੋਂ ਨੱਕ ਜਿਹਾ ਵੱਟਣ ਲੱਗ ਗਈ ਸੀ। ਮੇਰਾ ਮਨ ਬੜਾ ਦੁਖੀ ਸੀ। ਕਦੇ ਕਦੇ ਮੈਨੂੰ ਆਪਣੇ ਮਾਪਿਓ ਦੀ ਬੜੀ ਯਾਦ ਆਉਂਦੀ ਸੀ। ਮੇਰੀ ਭਰਜਾਈ ਤਾਂ ਹੁਣ ਮੇਰੇ ਮੂੰਹ ਤੇ ਹੀ ਕਹਿ ਦਿੰਦੀ ਸੀ ਕਿ ਕਦੋਂ ਤੱਕ ਤੂੰ ਸਾਡੇ ਕੋਲ ਹੀ ਬੈਠੀ ਰਹੇਂਗੀ, ਆਪਣਾ ਅੱਗੇ ਵਿਆਹ ਕਰਵਾ ਲੈ। ਮੇਰੇ ਵੀ ਬੱਚੇ ਨੇ, ਅਸੀਂ ਆਪਣੇ ਬੱਚਿਆਂ ਬਾਰੇ ਵੀ ਸੋਚਣਾ। ਪਰ ਮੈਂ ਤਾਂ ਉਹਨਾਂ ਨੂੰ ਆਪਣੀ ਤਨਖਾਹ ਵਿੱਚੋਂ ਘਰ ਦਾ ਖਰਚਾ ਚਲਾਉਣ ਲਈ ਪੈਸੇ ਵੀ ਦਿੰਦੀ ਸੀ, ਫਿਰ ਵੀ ਉਹ ਮੈਨੂੰ ਰੱਖ ਕੇ ਰਾਜੀ ਨਹੀਂ ਸੀ। ਕਦੇ ਕਦੇ ਮੇਰੀ ਆਪਣੀ ਭਰਜਾਈ ਨਾਲ ਨੋਕ ਝੋਕ ਹੋ ਜਾਂਦੀ ਸੀ। ਜੋ ਮੇਰੇ ਸਹੁਰਿਆਂ ਨੇ ਮੇਰੀ ਕੁੜੀ ਲਈ ਪੈਸੇ ਦਿੱਤੇ ਸੀ, ਮੈਂ ਤਾਂ ਉਹ ਵੀ ਆਪਣੇ ਭਰਾ ਨੂੰ ਫੜਾ ਦਿੱਤੇ ਸੀ। ਜਿੰਨਾ ਟਾਈਮ ਉਹ ਪੈਸੇ ਰਹੇ ਉਨਾ ਟਾਈਮ ਤਾਂ ਉਹ ਮੇਰੇ ਨਾਲ ਵਧੀਆ ਰਹੀ, ਪਰ ਜਦੋਂ ਹੀ ਪੈਸੇ ਮੁੱਕ ਗਏ ਤਾਂ ਮੇਰੇ ਨਾਲ ਬਗਾਨਿਆਂ ਵਾਂਗ ਵਿਵਹਾਰ ਕਰਨ ਲੱਗ ਪਏ। ਉਹ ਚਾਹੁੰਦੇ ਸੀ ਕਿ ਮੈਂ ਅੱਗੇ ਵਿਆਹ ਕਰਵਾ ਲਵਾਂ, ਪਰ ਮੇਰੀ ਧੀ ਦਾ ਅੱਗੇ ਕਿਹਨੇ ਮੋਹ ਕਰਨਾ ਸੀ। ਮੇਰਾ ਤਾਂ ਵਿਆਹ ਤੋਂ ਮਨ ਹੀ ਚੱਕਿਆ ਗਿਆ ਸੀ। ਮੇਰੀ ਭਰਜਾਈ ਹਰ ਰੋਜ਼ ਮੇਰੇ ਭਰਾ ਨੂੰ ਕਹਿਣ ਲੱਗ ਜਾਂਦੀ ਸੀ ਕਿ ਇਹਨੂੰ ਘਰੋਂ ਬਾਹਰ ਕੱਢ, ਪਰ ਮੇਰਾ ਭਰਾ ਮੈਨੂੰ ਸਿੱਧਾ ਕਹਿ ਨਹੀਂ ਸਕਦਾ ਸੀ। ਫਿਰ ਵੀ ਖੂਨ ਦਾ ਰਿਸ਼ਤਾ ਸੀ, ਉਹ ਬਸ ਮੈਨੂੰ ਇੰਨੀ ਕੁ ਗੱਲ ਕਹਿ ਦਿੰਦਾ ਸੀ ਕਿ ਤੂੰ ਅੱਗੇ ਵਿਆਹ ਕਰਵਾ ਲਾ। ਇੱਕ ਦਿਨ ਮੇਰੀ ਭਰਜਾਈ ਨੇ ਮੇਰੇ ਸਿਰ ਆਪਣੀਆਂ ਵਾਲੀਆਂ ਲਾ ਦਿੱਤੀਆਂ। ਉਹਨੇ ਕਿਹਾ ਕਿ ਮੇਰੀਆਂ ਵਾਲੀਆਂ ਇੰਨੇ ਚੁੱਕੀਆਂ ਨੇ। ਪਤਾ ਨਹੀਂ ਉਹਨੇ ਕਿਵੇਂ ਚੁੱਕ ਕੇ ਆਪਣੀਆਂ ਵਾਲੀਆਂ ਮੇਰੇ ਬੈਗ ਵਿੱਚ ਰੱਖ ਦਿੱਤੀਆਂ
ਤੇ ਮੇਰੇ ਭਰਾ ਨੂੰ ਵੀ ਯਕੀਨ ਹੋ ਗਿਆ ਕਿ ਵਾਲੀਆਂ ਮੈਂ ਹੀ ਚੋਰੀ ਕੀਤੀਆਂ ਨੇ। ਮੈਂ ਆਪਣੇ ਭਰਾ ਨੂੰ ਬਥੇਰਾ ਸਮਝਾਉਂਦੀ ਸੀ ਕਿ ਅੱਜ ਤੱਕ ਮੈਂ ਕਦੇ ਕਿਸੇ ਦੀ ਚੀਜ਼ ਨਹੀਂ ਚੱਕੀ, ਤੈਨੂੰ ਵੀ ਪਤਾ, ਪਰ ਉਹ ਆਪਣੀ ਪਤਨੀ ਸਾਹਮਣੇ ਮਜਬੂਰ ਹੋ ਗਿਆ। ਉਹਨੇ ਮੈਨੂੰ ਹੱਥ ਬੰਨ੍ਹ ਕੇ ਕਹਿ ਦਿੱਤਾ ਕਿ ਤੂੰ ਕਿਤੇ ਹੋਰ ਰਹਿਣ ਲੱਗ ਜਾ, ਇੱਥੋਂ ਚਲੀ ਜਾ, ਮੇਰੇ ਘਰ ਵਿੱਚ ਕਲੇਸ਼ ਪੈਂਦਾ ਆ। ਉਸ ਦਿਨ ਮੈਂ ਬਹੁਤ ਰੋਈ ਕਿਉਂਕਿ ਮੇਰਾ ਆਪਣਾ ਖੂਨ ਦਾ ਰਿਸ਼ਤਾ ਵੀ ਮੇਰੇ ਕੋਲੋਂ ਅੱਕ ਗਿਆ ਤੇ ਮੈਨੂੰ ਘਰੋਂ ਬਾਹਰ ਜਾਣ ਲਈ ਕਹਿ ਦਿੱਤਾ। ਮੈਨੂੰ ਸਮਝ ਨਹੀਂ ਲੱਗ ਰਿਹਾ ਸੀ ਕਿ ਹੁਣ ਮੈਂ ਕੀ ਕਰਾਂ, ਕਿੱਥੇ ਜਾਵਾਂ। ਫਿਰ ਮੈਨੂੰ ਸਕੂਲੋਂ ਇੱਕ ਮੈਡਮ ਨੇ ਸਹਾਰਾ ਦਿੱਤਾ। ਉਹਨੇ ਕਿਹਾ ਕਿ ਤੂੰ ਸਾਡੇ ਘਰ ਰਹਿ ਪਈ। ਵੈਸੇ ਤਾਂ ਉਹ ਲੋਕਾਂ ਨੂੰ ਕਮਰਾ ਕਿਰਾਏ 'ਤੇ ਦਿੰਦੇ ਸੀ, ਪਰ ਮੈਨੂੰ ਉਹਨਾਂ ਨੇ ਇੱਕ ਕਮਰਾ ਵੈਸੇ ਹੀ ਦੇ ਦਿੱਤਾ। ਹੌਲੀ ਹੌਲੀ ਮੈਂ ਆਪਣਾ ਉਹ ਕਮਰਾ ਮੁੱਲ ਲੈ ਲਿਆ। ਉਹ ਉਹਨਾਂ ਦੀ ਕੋਠੀ ਦੇ ਬਾਹਰ ਸੀ ਤੇ ਹੌਲੀ ਹੌਲੀ ਮੈਂ ਉੱਥੇ ਪੱਕਾ ਹੀ ਰਹਿਣ ਲੱਗ ਗਈ। ਅੱਜ ਤੱਕ ਮੇਰੇ ਭਰਾ ਭਰਜਾਈ ਨੇ ਮੈਨੂੰ ਮੁੜ ਕੇ ਪੁੱਛਿਆ ਨਹੀਂ ਕਿ ਮੈਂ ਕਿੱਥੇ ਰਹਿ ਰਹੀ ਹਾਂ ਜਾਂ ਕਿੱਥੇ ਨਹੀਂ। ਮੈਂ ਆਪਣੇ ਸਿਰੋਂ ਆਪਣਾ ਸਭ ਕੁਝ ਬਣਾ ਲਿਆ। ਮੈਂ ਆਪਣੀ ਧੀ ਵੀ ਪਾਲ ਲਈ ਤੇ ਮੈਨੂੰ ਹੌਲੀ ਹੌਲੀ ਸਰਕਾਰੀ ਨੌਕਰੀ ਮਿਲ ਗਈ ਸੀ। ਅੱਜ ਮੈਂ ਤੇ ਮੇਰੀ ਧੀ ਇੱਕ ਦੂਜੇ ਨਾਲ ਬੜੇ ਖੁਸ਼ ਹਾਂ ਤੇ ਵਧੀਆ ਜ਼ਿੰਦਗੀ ਜੀ ਰਹੇ ਹਾਂ। ਮੈਂ ਆਪਣੀ ਧੀ ਨੂੰ ਬਹੁਤ ਵਧੀਆ ਸਕੂਲ ਵਿੱਚ ਪੜ੍ਹਾਇਆ ਤੇ ਹੁਣ ਉਹ ਪੜ੍ਹ ਲਿਖ ਕੇ ਬਾਹਰ ਚਲੀ ਗਈ ਤੇ ਹੁਣ ਮੈਂ ਤੇ ਮੇਰੀ ਧੀ ਵਿਦੇਸ਼ ਵਿੱਚ ਰਹਿ ਰਹੇ ਹਾਂ ਤੇ ਆਪਣੀ ਜ਼ਿੰਦਗੀ ਬਹੁਤ ਵਧੀਆ ਜੀ ਰਹੇ ਹਾਂ। ਤਾਂ ਇਹ ਸੀ ਅੱਜ ਦੀ ਸਟੋਰੀ। ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ 'ਚ ਜ਼ਰੂਰ ਦੱਸਣਾ। ਹੋਰ ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ। ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ।